ਦੋਸਤੋ, ਕੱਲ੍ਹ ਤੋਂ ਅਸੀਂ ਪਹਾੜ ਤੇ ਲਾਲਟਨ ਇਸ ਪ੍ਰੋਗਰਾਮ ਲਈ ਜੁੜੇ ਹੋਏ ਹਾਂ ਔਰ ਬਹੁਤ ਖੂਬਸੂਰਤ ਗੱਲਾਂ ਕੱਲ੍ਹ ਦੀਆਂ ਹੋ ਰਹੀਆਂ ਔਰ ਵਿਸ਼ੇਸ਼ ਕਰਕੇ ਸਿਰਜਣ ਪ੍ਰਕਿਰਿਆ ਦੇ ਬਾਰੇ। ਔਰ ਜੋ ਗੱਲਾਂ ਕੱਲ੍ਹ ਸਾਡੇ ਬਜ਼ੁਰਗ ਸੀ ਰਾਮ ਅਰਸ਼ ਸਾਹਿਬ ਨੇ ਕੀਤੀਆਂ, ਅਸ਼ੋਕ ਨਾਦਰ ਜੀ ਨੇ ਕੀਤੀਆਂ, ਦੀਪਤੀ ਨੇ ਕੀਤੀਆਂ, ਬਹੁਤ ਇੱਕ ਨਵੀਂ ਦਿਸ਼ਾ ਮਿਲੀ ਇਸ ਪ੍ਰੋਗਰਾਮ ਨੂੰ। ਔਰ ਉਹ ਲਾਲਟਨ ਜਿਹੜੀ ਲਾਲ ਦਿੰਦੀ ਹੁੰਦੀ ਜਾਂ ਪੀਲੀ ਦਿੰਦੀ ਹੁੰਦੀ ਹੈ ਨਾ, ਲੌ, ਉਹ ਜਦੋਂ ਨੀਲੀ ਲੌ 'ਤੇ ਗਈ ਉਸ ਵੇਲੇ ਸ਼ਾਮ ਨੂੰ ਅਸੀਂ ਬੰਦ ਕੀਤੇ। ਅਤੇ ਅੱਜ ਫਿਰ ਉਸ ਜਿਹੜਾ ਨੀਲਾਪਣ ਹੈ ਉਹਨੂੰ ਹੋਰ ਚਮਕਾਉਣਗੇ ਸਾਡੇ ਦੋਸਤ ਸਾਡੇ ਨਾਲ ਜੁੜੇ ਨੇ, ਮੈਡਮ ਗੁਰਦੀਪ ਕੌਰ ਜੀ ਔਰ ਉਸਤਾਦ ਸਾਹਿਬ। ਬਾਕੀ ਤਾਂ ਅਸੀਂ ਕੱਲ੍ਹ ਵਾਲਿਆਂ ਬਾਰ ਇੰਟਰੋਡਕਸ਼ਨ ਕਈ ਵਾਰ ਹੋ ਗਈ, ਮੇਰੇ ਖਿਆਲ ਇੰਟਰੋਡਕਸ਼ਨ ਅੱਜ ਨਾ ਦਈਏ। ਔਰ ਕਿਉਂਕਿ ਕਾਲੀ ਸਾਹਿਬ ਦੇ ਬਾਰੇ ਮੇਰੇ ਖਿਆਲ ਹੈ ਇਹਨਾਂ ਦੀ ਕੋਈ ਇੰਟਰੋਡਕਸ਼ਨ ਤਾਂ ਦਿੱਤੀ ਨਹੀਂ ਜਾ ਸਕਦੀ ਕਾਲੀ ਦੀ, ਕਿਉਂਕਿ ਇਹਨਾਂ ਦਾ ਜਿਹੜਾ ਜਾਗਦਾ ਲੇਖਕ ਸਾਡੇ ਕੋਲ ਬੜੇ ਘੱਟ ਹੈ ਪੰਜਾਬ ਵਿੱਚ। ਔਰ ਬਲੰਟ, ਬਿਨਾਂ ਕਿਸੇ ਡਰ ਦੇ, ਬਿਨਾਂ ਕਿਸੇ ਝਿਜਕ ਦੇ, ਜਿਹਨੂੰ ਜੋ ਕੁਛ ਕਹਿਣਾ ਉਹ ਮੂੰਹ ਨਾਲ ਵੀ ਕਹਿੰਦੇ ਆ, ਲਿਖਤ 'ਚ ਵੀ ਕਹਿੰਦੇ ਆ ਔਰ TV 'ਤੇ ਵੀ ਕਹਿੰਦੇ ਆ ਕਿ ਬੜਾ ਮੁਸ਼ਕਲ ਹੁੰਦਾ ਹੈ ਇਸ ਦੁਨੀਆਦਾਰੀ 'ਚ ਰਹਿੰਦਿਆਂ ਕਿ ਤੁਸੀਂ ਇੰਨਾ ਬਲੰਟ ਹੋ ਕੇ ਔਰ ਇੰਨੇ ਨਿਡਰ ਹੋ ਕੇ ਬੋਲ ਸਕੋ। ਔਰ ਮੇਰਾ ਖਿਆਲ ਹੈ ਕਿ ਜਦੋਂ ਤੁਹਾਡੇ ਕੋਲ ਬਹੁਤ ਕੁਛ ਹੁੰਦਾ ਹੈ ਨਾ, ਉਦੋਂ ਤੁਹਾਨੂੰ ਅਣਹੋਏ ਦਾ ਅਹਿਸਾਸ ਵੀ ਹੁੰਦਾ ਹੈ ਕਿ ਕੋਈ ਗੱਲ ਨਹੀਂ ਯਾਰ, ਪਰਵਾਹ ਨਹੀਂ। ਅਤੇ ਸਿਰਫ ਪੈਸਾ ਹੋਣਾ ਜਾਂ ਸਾਧਨ ਹੋਣੇ ਉਹ ਹੋਣਾ ਨਹੀਂ ਹੁੰਦਾ। ਜੋ ਕਾਲੀ ਦੇ ਕੋਲ ਹੈ ਉਹ ਮੇਰਾ ਖਿਆਲ ਹੈ ਸਾਡੇ ਸਾਰਿਆਂ ਦਾ ਮਿਲਾ ਲਈਏ ਉਹਦੇ ਕੋਲ ਸਾਡੇ ਤੋਂ ਵੱਧ ਹੈ। ਪਰ ਆਪਾਂ ਇਹਨਾਂ ਦੇ ਮੂੰਹੋਂ ਇਹਨਾਂ ਦੀ ਸਿਰਜਣ ਪ੍ਰਕਿਰਿਆ ਬਾਰੇ, ਕਿਵੇਂ ਲਿਖਦੇ ਆ, ਕਿਉਂ ਲਿਖਦੇ ਆ ਔਰ ਲਿਖਣ ਲੱਗਿਆਂ ਕਿਵੇਂ ਮਹਿਸੂਸ ਕਰਦੇ ਆ, ਜਾਂ ਪਾਠਕ ਇਹਨਾਂ ਨੂੰ ਕਿਵੇਂ ਲੈਂਦੇ ਆ ਅਤੇ ਪਾਠਕਾਂ ਨੂੰ ਇਹ ਕਿਵੇਂ ਲੈਂਦੇ ਆ, ਮੇਰੇ ਖਿਆਲ ਇਹ ਗੱਲਾਂ ਆਪਾਂ ਇਹਨਾਂ ਦੇ ਮੂੰਹੋਂ ਸੁਣਨੀਆਂ ਚਾਹਾਂਗੇ। ਸੋ ਓਵਰ ਟੂ ਦਿਸ ਰਾਜ ਕਾਲੀ। ਥੈਂਕ ਯੂ ਜੀ। ਇਟਸ ਓਕੇ। ਥੈਂਕ ਯੂ ਡਾਕਟਰ ਸਾਹਿਬ। ਮੇਰੇ ਸਾਰੇ ਸਤਿਕਾਰਤ ਲੋਕ ਬੈਠੇ ਨੇ, ਜਿਨ੍ਹਾਂ ਲੋਕਾਂ ਦੇ ਪੈਰਾਂ 'ਚ ਬਹਿ ਕੇ ਸੁਣਨਾ ਚਾਹੀਦਾ ਹੈ। ਮੈਂ ਨਾ ਬਹੁਤ ਸੁਭਾਗਾ ਬਣਾ ਰਿਹਾ ਸੀ। ਮੈਂ ਐਸੇ ਬਜ਼ੁਰਗਾਂ ਦੇ ਪੈਰਾਂ 'ਚ ਬੈਠਾ। ਮੈਂ ਬਾਬਾ ਭਗਤ ਸਿੰਘ ਬਿਲਗਾ ਵਰਗੇ ਗਦਰੀ, ਮੈਂ ਉਹਨਾਂ ਦਾ ਮੁਨਸ਼ੀ ਰਿਹਾ। ਓਹੋ ਬਾਬੇ ਨੂੰ ਅੰਗਰੇਜ਼ ਦੀ ਜੇਲ੍ਹ ਨੇ ਨਹੀਂ ਰਵਾਇਆ, ਮੇਰੇ ਵਿਛੜਨ 'ਤੇ ਉਹ ਰੋ ਪਏ ਸੀ। ਉਹ ਮੇਰਾ ਹੱਥ ਫੜ ਕੇ ਬਾਬੇ ਦੀਆਂ ਅੱਖਾਂ 'ਚ ਪਾਣੀ ਮੈਂ ਦੇਖਿਆ। ਅੰਗਰੇਜ਼ ਦੀ ਜੇਲ੍ਹ 'ਚ 25 ਸਾਲ ਰਹੇ ਉਹਨੂੰ ਨਹੀਂ ਰਵਾਇਆ। ਮੈਂ ਕਾਮਲ ਜਗਜੀਤ ਸਿੰਘ ਆਨੰਦ ਹੋਰਾਂ ਦਾ ਮੁਨਸ਼ੀ ਰਿਹਾ। ਬੜਾ ਮਾਣ, ਬੜੇ ਬਜ਼ੁਰਗਾਂ ਦਾ ਸਾਥ। ਤੁਹਾਡਾ ਸਾਥ ਮੈਂ ਅਕਾਦਮੀ 'ਚ ਮੈਮ ਹੁਣੇ ਮੈਨੂੰ ਲੈ ਆਏ। ਮੈਂ ਨਹੀਂ ਅਕਾਦਮੀਆਂ ਦਾ ਬੰਦਾ ਨਹੀਂ ਹਾਂ, ਮੈਂ ਸਾਹਿਤ ਸਭਾਵਾਂ ਜਿਹੀਆਂ ਦਾ ਬੰਦਾ ਵੀ ਨਹੀਂ ਗਾ। ਮੈਂ ਮੇਰਾ ਦਫ਼ਤਰ ਹੈ, ਮੈਂ ਉਹਦੇ ਸ਼ੀਸ਼ੇ ਕਾਲੇ ਕੀਤੇ ਹੋਏ ਨੇ, ਹੈ ਨਾ। ਉਹਦੇ 'ਤੇ ਐਕਸਰੇ ਵਰਗਾ ਉਹ ਲਾਇਆ ਹੋਇਆ ਤਾਂ ਕਿ ਬਾਹਰੋਂ ਮੈਨੂੰ ਨਾ ਕੋਈ ਦੇਖ ਸਕੇ, ਮੈਨੂੰ ਬਾਹਰ ਦੀਦਾ ਹੈ। ਮੇਰੇ ਬਾਹਰ ਇੱਕ ਬੀਬੀ ਅਤੇ ਇੱਕ ਉਹਦੀ ਕੁੜੀ ਜਵਾਨ, ਉਹ ਗੁਜ਼ਰਦੀਆਂ ਨੇ। ਕਦੇ ਕਦੇ ਉਹ ਆਪਣਾ ਦੁਪੱਟਾ ਠੀਕ ਕਰਦੀ ਇੱਦਾਂ ਉਹਦੇ ਵਿੱਚ ਦੀ, ਉਹਨੂੰ ਰਿਫਲੈਕਸ਼ਨ ਦੀਦੀ ਹੈ, ਮੈਨੂੰ ਉਹ ਬੀਬੀ ਦੀਦੀ ਹੈ। ਚਲੇ ਜਾਂਦੀਆਂ ਨੇ, ਫਿਰ ਆਉਂਦੀਆਂ ਨੇ ਸ਼ਾਮ ਨੂੰ। ਉਹ ਜਿਹੜੀਆਂ ਘਰਾਂ 'ਚ ਕੰਮ ਕਰਦੀਆਂ ਨੇ, ਇੱਕ ਦਿਨ ਅਚਾਨਕ ਬੀਬੀ ਨਹੀਂ ਆਈ। 2 ਸਾਲ ਹੋ ਗਏ ਨੇ, ਉਹ ਲੰਘਦੀਆਂ ਨੇ, ਚਲੇ ਜਾਂਦੀਆਂ ਨੇ। ਮੈਂ ਦੇਖ ਲੈਂਦਾ ਗੂਗਲ ਨੂੰ, ਉਦੋਂ ਨਿਗਾਹ ਪੈ ਜਾਂਦੀ ਬਾਹਰ ਆਉਂਦੀ ਸ਼ੀਸ਼ੇ 'ਚ। ਮੇਰਾ ਉਹਨਾਂ ਨਾਲ ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ। ਉਹ ਕਿੱਥੋਂ ਆਉਣੀਆਂ, ਕਿੱਥੇ ਜਾਂਦੀਆਂ, ਮੈਨੂੰ ਇੰਨਾ ਪਤਾ ਕਿ ਉਹ ਹਨ ਜਿਹੜੀਆਂ ਘਰਾਂ 'ਚ ਕੰਮ ਕਰਦੀਆਂ। ਇੱਕ ਦਿਨ ਬੀਬੀ ਗਾਇਬ ਹੈ ਅਤੇ ਕੁੜੀ ਇਕੱਲੀ ਜਾ ਰਹੀ ਹੈ। ਕੁੜੀ ਇਕੱਲੀ ਲੰਘ ਗਈ। ਮੈਨੂੰ ਮੇਰੇ ਮਨ 'ਚ ਡਾਕਟਰ ਸਾਹਿਬ, ਮੈਂ ਕਿਹਾ ਯਾਰ ਬੀਬੀ ਬਿਮਾਰ ਹੋ ਗਈ ਹੈ, ਉਹਦੀ ਡੈਥ ਹੋ ਗਈ ਹੈ। ਇਹ ਪਹਿਲਾਂ ਆਪਣੀ ਮਾਂ ਨਾਲ ਜਾਂਦੀ ਸੀ, ਇਹ ਹੁਣ ਉਹਨਾਂ ਘਰਾਂ ਦੇ ਵਿੱਚ ਜਾਏਗੀ। ਉਹ ਬੰਦੇ ਇਹ ਕੁੜੀ ਨੂੰ ਕੇਸ ਅੱਖ ਨਾਲ ਦੇਖਦੇ ਹੋਣਗੇ, ਮਾਂ ਨਾਲ ਸਿਕਿਉਰਿਟੀ ਫੀਲ ਕਰਦੀ ਹੋਏਗੀ, ਇਹ ਕਿੱਦਾਂ ਜੀਏਗੀ, ਇਹਦਾ ਪਾਪਾ ਬਿਮਾਰ ਹੋ ਗਿਆ, ਇਹਦਾ ਮਾਪੇ ਬਿਮਾਰ ਹੋ ਗਏ। ਮੈਨੂੰ ਉਹ ਸਾਰੀਆਂ ਹੀ ਔਰਤਾਂ
ਜਿਨ੍ਹਾਂ 'ਚ ਮੈਂ ਜੰਮਿਆ ਪਲਿਆ, ਮੇਰੇ ਉਹ ਜਗਣੀਆਂ ਸ਼ੁਰੂ ਹੋ ਗਈਆਂ। ਵਿਦਿਨ 1 ਸੈਕਿੰਡ ਉਹ ਗੁਜ਼ਰ ਗਈ ਹੈ, ਮੇਰੇ ਉਹ ਜਗਣੀਆਂ ਸ਼ੁਰੂ ਹੋ ਗਈਆਂ ਤੇ ਮੇਰਾ ਨਾਵਲ ਤੁਰਨਾ ਸ਼ੁਰੂ ਹੋ ਗਿਆ। ਉਹ ਸਾਰੀਆਂ ਜਾਗ ਗਈਆਂ ਜਿੰਨੀਆਂ ਘਰਾਂ 'ਚ ਕੰਮ ਕਰਦੀਆਂ ਕੁੜੀਆਂ ਨੇ, ਉਹਨਾਂ ਨੂੰ ਅੱਖਾਂ ਕਿਵੇਂ ਪਾੜਵੀਆਂ ਜਾਂ whatever you can imagine in our society। ਓਹੋ, ਐ ਮੇਰਾ ਸਫ਼ਰ ਸ਼ੁਰੂ ਹੋ ਜਾਂਦਾ ਲਿਖਣ ਦਾ। ਜਾਂ ਮੈਂ ਜਦੋਂ ਸਵੇਰੇ ਉੱਠਦਾ, ਮੇਰੇ ਨਾਲ ਕੋਈ ਸਿੱਧ ਪੁਰਸ਼ ਉੱਠਦਾ ਹੈ। ਅੱਜ ਜਦੋਂ ਮੈਂ ਉੱਠਿਆ, ਸਤਿਗੁਰ ਨਾਮਦੇਵ ਉੱਠੇ ਔਰ ਉਹ ਸ਼ਬਦ ਗਾ ਰਹੇ ਸੀ। 4:45 ਦਾ ਸਮਾਂ ਸੀ। ਮਾਨ ਭਾ ਮੇਰੇ ਨਾਲ ਹੈ, ਇਹਦੇ ਭਾ ਦਾ ਮੈਂ ਸੁੱਤਾ ਹੋਇਆ, ਪਰ ਕੁਝ ਨਾ ਮਾਲੂਮ ਹੋਵੇ ਸੁੱਤਿਆ ਕਿ ਜਾਗਦੇ। ਇਹ ਫਕੀਰਾਂ ਦਾ ਟੋਟਕਾ ਆ, ਉਹ ਤੈਨੂੰ ਲੱਗਦਾ ਸੁੱਤੇ ਪਏ ਆ, ਉਹ ਜਾਗਦੇ। ਪਾੜ ਪੜੋਸਣ ਪੁੱਛੇ ਨਾਮਾ, ਕਾ ਪਹਿਚਾਨ ਚਲਾਈ ਤੋ ਪਹਿ ਦੁਗਣੀ ਮਜ਼ਦੂਰੀ ਦੇਣਾ, ਮੁਕ ਬੇੜੀ ਦਿਓ ਬਤਾਈ। ਰੀ ਬਾਈ ਬੇੜੀ ਦੇ ਹਰ ਸੋਂ ਬੇੜੀ ਰਿਹਾ ਸਮਾਈ। ਉਹ ਬੇੜੀ ਮੇਰੋ ਪ੍ਰਾਨ ਆਧਾਰ। ਆ ਬਾਤ ਹੈ ਯਾਰ, ਅਨਟਚੇਬਲ ਹੈ, ਅਛੂਤ ਹੈ, ਸ਼ੂਦਰ ਹੈ। ਚੌਥੇ ਪੌਡੇ ਤੇ ਬੈਠਾ ਹੈ ਬੇੜੀ, ਤੇ ਸਤਿਗੁਰੂ ਨਾਮਦੇਵ ਨੇ ਚੱਕਿਆ ਹੈ, ਆਸਮਾਨ ਤੇ ਲੈ ਗਏ ਨੇ। ਬੇੜੀ ਮੇਰੋ ਪ੍ਰਾਣ ਆਧਾਰਾ। ਕਿਆ ਯਾਰ, ਇਹ ਲੋਕ ਜਦੋਂ ਕਿਰਪਾ ਕਰਦੇ ਨੇ ਨਾ, ਫੇ ਬੇੜੀ ਨੂੰ, ਸ਼ੂਦਰ ਨੂੰ ਰੱਬ ਬਣਾ ਦਿੰਦੇ ਨੇ। ਕਿਆ ਮੈਟਾਫਰ। ਉਹ ਬੇੜੀ ਪ੍ਰੀਤ ਮਜ਼ਦੂਰੀ ਮੰਗ ਹੈ, ਜਿਹੜੀ ਗੱਲ ਡਾਕਟਰ ਸਾਹਿਬ ਨੇ ਸਾਡੇ ਕੱਲ ਜਦੋਂ ਬਿਸਮਿਲ੍ਲਾ ਕੀਤੀ, ਅਸੀਂ ਲਿਖਦੇ ਕਿਉਂ ਆ, ਜਾਂ ਸਾਡੀ ਫਿਲਾਸਫੀਕਲ ਸਾਂਝ ਕੀ ਹੈ, ਸਾਡੀ ਟ੍ਰੈਡੀਸ਼ਨ ਕੀ ਹੈ, ਸਾਡੇ ਉਹ ਕਿਹੜੀ ਲਾਅ ਜਿਹੜੀ ਟਰੈਵਲ ਕਰਦੀ ਹੈ। ਤਾਂ ਡਾਕਟਰ ਸਾਹਿਬ ਨੇ ਕਿਹਾ ਸੀ ਸਾਡੇ ਮੁਹੱਬਤ ਦੀ ਲਾਅ ਜਿਹੜੀ ਹੈ, ਉਹ ਅਸੀਂ ਸਜ਼ਾ ਨਹੀਂ ਕੱਟਣ ਆਏ ਹੋਏ ਇੱਥੇ, ਅਸੀਂ ਮੁਹੱਬਤ ਦੀ ਲਾਅ ਦੇ ਵਿੱਚ। ਬੇਟੀ ਪ੍ਰੀਤ ਮਜ਼ਦੂਰੀ ਮੰਗ ਹੈ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ। बेटी प्रीत मजूरी मांगे जो कोई छान छवावे हो। लोग कुटुंब सभी ते तोरे तो अपन बेटी आवे, और बेटी के गुण सुन रही बाई। now it's the dialects of nature। पहला सोसाइटी है, समाज है, फिर वो समाज च मुहब्बत है, ते फिर जो अल्टीमेट है जो नेचर दी डायलैक्ट्स है, जिहदे ते सारा ही संत साहित टिके होया। सतगुर कहते हैं कि होवे सिफत खसम की नूर अरसों कुरसों झट्टी है। आहा सानू अन्नियां नू ये लगता है कि नूर अरश तो कुरस वाल आउंदा है, ते सतगुरां नू कुरस तो अरश वाल जांदा। इट्स द डायलैक्ट्स ऑफ नेचर। अंबर बरसै और धरती पी गए, जय जाने सब लोई। सतगुर कबीर। अंबर बरसे धरती पी गए, जय जाने सब लोई। धरती बरसे अंबर पी गए, जे बिरला पूछे। एक कबीर जे थी दिन तजे 12 बार वाहद कबीर। कबीर का मतलब भी वाहद आदमी हुंदा, कल्ला ही। बेडी के गुण सुन रही बाई, जलद बांध ਧਰੂ ਥਾਪਿਓ ਹੋ। ਜਲ ਨੂੰ ਬੰਨ ਕੇ ਰੱਖਿਆ ਹੋਇਆ, ਛੱਡ ਦੇਵੇ ਤੇ ਪ੍ਰਲय ਆ ਜਾਵੇ। ਉਹ ਧਰੂ ਨੂੰ ਕਹਿੰਦਾ ਥਾਪਿਆ ਹੋਇਆ, ਇੱਥੇ ਰਹੀ ਓਏ, ਤੂੰ ਨਹੀਂ ਹਿਲਣਾ। ਨਾਮੇ ਕੇ ਸਵਾਮੀ ਸੀ ਬਿਹੋਰੀ, ਲੰਕ ਭਵੀਖਣ ਆਪੇ ਆਪੇ ਹੀ ਲੰਕ, ਆਪੇ ਭਵੀਖਣ, ਆਪੇ ਹੀ ਸਾਰਾ ਕੁਛ। ਕਿਆ ਉਹ ਮੇਰੇ ਕੋਲ ਆ ਜਾਂਦੇ ਨੇ, ਜਾਂ ਮੇਰੇ ਕੋਲ ਅੱਜ ਨਾਮ और ये फिर ना सारी दिहाड़ी पैरा रखते हैं अपना। मैं फिर शाम को शराब पी के कहना हुण तुसीं चले जाओ, मैं बदतमीज होने लगा। वो फिर किते कहंदे चल जा यार, तू गंदा बंदा ही रहना। मैं फिर उन्होंने तो अरे पैरा कर लेंदे ने, नामदेव तुहानूं फड़ लेगा, तुहानूं ते पटका के मारदा है। उल्लू फरीद आ जाते हैं।
ਫਰੀਦਾ ਮਨ ਮੈਦਾਨ ਕਰ। ਯਾਰ ਮਾਈ ਗॉड ਕੀ ਕਹਿ ਰਹੇ ਤੁਸੀਂ? ਮੈਂ ਕੁਛ ਲੇਖਕਾਂ ਨੂੰ ਨਫ਼ਰਤ ਕਰਦਾ, ਉਹ ਕਹਿੰਦੇ ਮਾਰੋ ਤੇਰੇ ਧੌਣ 'ਚ ਗਾਲ ਕੱਢਦੇ ਨੇ। ਮਨ ਮੈਦਾਨ ਕਰ ਯਾਰ, ਟੋਏ ਟਿੱਬੇ ਲਾ, ਹਾਏ 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 ਕਰਦੇ ਯਾਰ। ਔਰ ਜੇ ਕੋਈ ਮਿਲ ਜਾਏ ਬਖਸ਼ਿਆ ਤੇ ਤੂੰ ਵੀ ਬਖਸ਼ਿਆ ਜਾ। ਓ ਮਾਈ ਗॉड ਯਾਰ, ਸਾਡੇ ਕੋਲ। ਔਰ ਫਿਰ ਜਦੋਂ ਉਹ ਜੋਸ਼ 'ਚ ਨੇ, ਉਹ ਫਿਰ ਉਹ ਆਪਣੇ ਪੀਰ ਮੁਰਸ਼ਦ ਨੂੰ, ਗੁਰੂ ਨੂੰ ਵੀ ਨਹੀਂ ਮੰਨਦੇ, ਉਹ ਮਾਰਦੇ ਚੱਕ ਕੇ ਫਰੀਦਾ ਜੇ ਜਾਣਾ ਤਿਲ ਥੋੜੜੇ ਤਾਂ ਸੰਭਲ ਬੁੱਕ ਭਰੀ, ਤੇ ਜੇ ਜਾਣਾ ਸ਼ੌ ਨੱਡੜਾ ਸ਼ੌ ਤਾਂ ਥੋੜਾ ਮਾਣ ਕੇ। ਗੁਰੂ ਟੰਗ ਦਿੱਤਾ ਉਹਨਾਂ ਨੇ, ਉਹ ਮਾਰੇ ਟੰਗ ਕੇ ਗੁਰੂ। ਫਰੀਦਾ ਜੇ ਤੈਂ ਮਾਰਨ, ਜਿਨ੍ਹਾਂ ਨੂੰ ਤੂੰ ਮਾਰਨਾ ਚਾਹੁੰਦਾ ਹੈ ਮੁੱਕੀਆਂ ਮਰ ਗਈਆਂ, ਜਾਂ ਤਿਨਾਂ ਨੇ ਮਾਰੇ ਘੁੰਮ ਕੇ ਮਾਰਿਆ, ਜਾਂ ਤਿਨਾਂ ਨੇ ਤੈਨੂੰ ਘੁੰਮ ਕੇ ਮਾਰਿਆ। ਨਾ ਰੀਡ ਥਾਈ ਸੈਲਫ, ਆਪ ਨੜੇ ਘਰ ਜਾਈਏ। ਜਦੋਂ ਇੱਥੇ ਜਾਏਗਾ ਤੂੰ ਅੰਨ ਖਾਣਾ ਹੈ ਤੇ ਅਗਨ ਤੱਤਵ ਹੈ, ਅਗਨ ਤੱਤਵ ਹੈ ਤਾਂ ਕਾਮ ਹੈ, ਕਾਮ ਹੈ ਤਾਂ ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ। ਤੇਰੇ ਕੋਲ 5 ਐਲੀਮੈਂਟਸ ਨੇ, ਮੈਂ ਵੈਸੇ 4 ਐਲੀਮੈਂਟਸ 'ਚੋਂ ਹਾਂ, ਮੈਂ 4 ਵਾਕਾਂ 'ਚੋਂ ਹਾਂ। ਇਹ ਮੈਂ ਸਿਰ ਰੋਡਾ ਵੀ ਉਹਨਾਂ ਕਰਕੇ ਕਰਵਾਇਆ, ਉਹ ਰੋਡੇ ਸ਼ਾਇਰ ਕਹਾਉਂਦੇ ਸੀਗੇ ਜਿਹੜੇ 4 ਵਾਕੀਏ ਸੀਗੇ। ਇਹ ਮੈਂ ਤਾਂ ਪਖੰਡ ਕੀਤਾ ਨਾ, ਪਰ ਮੈਂ ਕਿਹਾ ਠੀਕ ਹੈ ਮੈਂ ਵੀ 4 ਵਾਕੀਏ। ਉਹ ਰੋਡੇ ਸ਼ਾਇਰ ਉਹਨਾਂ ਨੂੰ ਕਹਿੰਦੇ ਸੀਗੇ, ਉਹ ਆਕਾਸ਼ ਨੂੰ ਐਲੀਮੈਂਟ ਨਾ ਸੀ ਮੰਨਦੇ। ਦਿਸ ਇਜ਼ ਦਾ ਪੌਰਾਣਿਕ ਪੀਰੀਅਡ ਜਿਸ ਵੇਲੇ ਆਕਾਸ਼ ਐਲੀਮੈਂਟ ਹੈ। ਉਹ ਕਿਉਂਕਿ ਤਾਂ ਖਲਾ ਹੈ ਨਾ, ਉਹ ਕਹਿੰਦੇ ਸੀ ਇਹ ਖਲਾ ਹੈ, ਦਿਸ ਇਜ਼ ਨਾਟ ਐਲੀਮੈਂਟ। ਜੇ 4 ਐਲੀਮੈਂਟ ਹੈ ਤੁਹਾਡੇ ਵਿੱਚ, ਔਰ ਸਾਡੇ ਸਤਿਗੁਰ ਲੋਕ ਜਿਹੜੇ ਮੈਨੂੰ ਆਣ ਕੇ ਝੰਜੋੜਦੇ ਨੇ, ਜਿਨ੍ਹਾਂ ਕਰਕੇ ਮੈਂ ਫਿਰ ਮੈਂ ਉਹੀ ਕਹਿੰਦਾ ਤੁਹਾਨੂੰ ਜੁੱਤੀਆਂ 'ਚ ਬਹਿ ਕੇ ਹੀ ਲਿਖਣਾ ਚਾਹੀਦਾ। ਐਵੇਂ ਲੇਖਕ ਕਾਹਦੇ ਉੱਤੇ ਤੁਸੀਂ ਮੋਇਆ। ਉਹ ਕਰ ਗਏ ਕੰਮ ਆਪਣਾ ਸਤਿਗੁਰ ਰੈਦਾਸ ਇਸ ਗੱਲ ਬਾਰੇ। ਉਹ ਕਲੀਅਰ ਬਹੁਤ ਸੀਗੇ ਲੋਕ, ਓਏ ਹੋਏ ਹੋਏ, ਉਹ ਇੰਨੇ ਕਲੀਅਰ। ਨਾਥ ਕਛੂ ਨਾ ਜਾ। ਅੱਛਾ, ਮੈਨੂੰ ਪਹਿਲੇ ਪਤਾ ਲੱਗ ਗਿਆ ਸੀ, ਮੈਂ ਇਹਨਾਂ ਲਈ ਬੋਲਣਾ ਅੱਜ। ਨਾਥ ਮੈਂ ਤਾਂ ਵੀ ਕਹਿੰਦੀ ਤੁਸੀਂ ਸਾਨੂੰ ਤਾਂ ਸਮਝਦੇ ਨਹੀਂ। ਕਛੂ ਨਾ ਜਾਣੇ, ਉਹ ਮਨ ਮਾਇਆ ਕੇ ਹੱਥ ਦੀ ਕਰ। ਸਮਝ ਨਹੀਂ ਲੱਗ ਰਹੀ ਮੈਨੂੰ। ਸਤਿਗੁਰੂ ਰਵਿਦਾਸ ਕਹਿ ਰਹੇ ਮੈਨੂੰ ਸਮਝ ਨਹੀਂ ਲੱਗ ਰਹੀ। ਮੇਰਾ ਮਨ माया के तुम कहियत जगत गुरु स्वामी, हम कहियत काल युग के कामी। ਫਿਰ ਕੌਣ ਮੁਹਾਰੇ ਕੌਣ ਹਾਏ ਹਾਏ ਹਾਏ, ਆਪਾਂ ਇੱਥੇ ਗੱਲ ਕਰੀਏ। ਹਾਏ ਹਾਏ ਮਰਨਾ ਕਿਹਨੂੰ? ਹਾਏ हम कहियत काल। सतगुरु रविदास वर्गे शख्सियत सतगुर लोक कह रहे, तुम कहियत जगत गुरु स्वामी, हम कहियत कल युग के कामी। इन पांचन मुर मन जो बिगारियो, पल पल हार जी ते अंतर पारियो। जिद्दां अंदर पाड़दा ना, इदां पाड़ रहा मैनू। जत देखो तत दुख की राशि, अजो ना पतिया निगम पैसा की। समझ ही नहीं लगती ਜਦੋਂ ਦੇਖਦਾ ਦੁੱਖ ਹੀ ਦੁੱਖ ਆ ਯਾਰ। ਤੈਨੂੰ ਅਜੇ ਵੀ ਸ਼ਰਮ ਨਹੀਂ ਆਉਂਦੀ ਤੈਨੂੰ? ਕਾਲੀ ਜੀ, ਜਦੋਂ ਤੁਸੀਂ ਲਿਖਦੇ ਹੋ, ਨਾਵਲ ਲਿਖਦੇ ਹੋ ਜਾਂ ਕਹਾਣੀਆਂ ਲਿਖਦੇ ਹੋ, ਤਾਂ ਜਦੋਂ ਉਹਨਾਂ ਨੂੰ ਪਾਤਰਾਂ ਨੂੰ ਤੁਸੀਂ ਆਪਣੇ, ਜਿਵੇਂ ਤੁਸੀਂ ਦੱਸਿਆ ਹੁਣੇ, ਸ਼ੀਸ਼ੇ ਦੇ ਵਿੱਚ ਦੀ ਵੇਖਦੇ ਹੋ, ਤਾਂ ਉਹ ਤੁਹਾਡੇ ਅੰਦਰ ਵੀ ਕਾਲਾ ਮਾਲਾ ਕਰਦੇ ਆ, ਤੁਹਾਨੂੰ ਦੁਖੀ ਕਰਦੇ ਆ? ਮਤਲਬ ਮੈਂ ਇਹ ਪੁੱਛਣਾ ਚਾਹੁੰਦੀ ਆ ਕਿ ਜਦੋਂ ਲੇਖਕ ਲਿਖਦਾ ਆ ਕਿਸੇ ਦੀ ਦਾਸਤਾਨ, ਤਾਂ ਉਹ ਦਾਸਤਾਨ ਉਹਨੂੰ ਦੁਖੀ ਕਰਦੀ ਹੈ। ਮੇਰੇ ਪਾਤਰ ਨੂੰ 2 ਸਾਲ ਪਹਿਲਾਂ ਮੇਰੇ ਇੱਕ ਕਰੈਕਟਰ ਨੂੰ ਸ਼ੂਗਰ ਹੋ ਗਈ, ਮੈਨੂੰ ਇਲਾਜ ਕਰਾਉਣਾ ਪਿਆ। ਮੇਰੀ ਨਾਨੀ, ਮੇਰੀ ਮਦਰ ਦੱਸਦੀ, ਧੋਗੜੀ ਪਿੰਡ ਹੈ, ਨਾਨਕਾ ਮੇਰਾ ਨਨਿਹਾਲ ਲਾਵਲਪੁਰ ਲਾਗੇ ਸਰ, ਪਠਾਣਾ ਦਾ ਪਿੰਡ ਸੀ। ਉਹਨੇ ਇੱਕ ਪਠਾਨ ਔਰਤ ਨੂੰ ਆਪਣੀ ਸਹੇਲੀ ਭੈਣ ਬਣਾ ਲਿਆ। ਨਹੀਂ, ਮੇਰੀ ਨਾਨੀ ਸੁਹਾਗਣੀ ਸੀ। ਤੇ ਉਹ ਛੁਗਲਾ ਵੀ ਚੱਲਦਾ।
ਤੇ ਉਹ ਦੁੱਖਾਂ 47 ਆ ਗਿਆ, ਵੱਢ ਟੁੱਕ ਹੋਈ। ਉਹਨਾਂ ਨੇ ਇਹ ਕਿਹਾ ਸੀਗਾ ਕਿ ਮੈਂ ਇਸਲਾਮ ਧਾਰਨ ਕਰ ਲਿਆ, ਮੈਂ ਚੁੰਨੀ ਵਟਾ ਲਈ ਹੈ, ਨਾਨੀ ਦੀ ਇੱਛਾ ਸੀ ਮੈਨੂੰ ਦਫਨਾਇਓ, ਫੂਕਿਓ ਨਹੀਂ। ਪਰ ਉਹਨਾਂ ਨੂੰ ਕੀ ਪਤਾ ਸੀ 47 ਹੋ ਜਾਣਾ। ਉਸ ਔਰਤ ਦਾ ਵੀ ਕਤਲ ਹੋ ਗਿਆ, ਉਹਦੀਆਂ ਛਾਤੀਆਂ ਕਤਲ ਕਰ ਦਿੱਤੀਆਂ, ਤੇ ਨਾਨੀ ਮੇਰੀ ਨੇ ਉਹ ਕਤਲ ਦੇਖ ਲਿਆ। ਉਹ ਪਾਗਲ ਹੋ ਗਈ। ਉਹ ਉਹਦਾ ਨਾਂ ਲੈ ਲੈ ਕੇ ਰੋਂਦੀ ਕੁਰਲਾਉਂਦੀ ਰਹਿੰਦੀ ਸੀ ਗਲੀਆਂ ਦੇ ਵਿੱਚ, ਨਾਨੀ ਮੇਰੀ। ਉਹਦਾ ਹਮੀਰਾ ਨਾਂ ਲੈ ਲੈ ਕੇ, ਮੇਰੀ ਮਾਂ ਦੱਸਦੀ ਹੈ ਉਹ ਛੋਟੀ, ਕਿ ਉਹ ਕੁਰਲਾਉਂਦੀ ਹੁੰਦੀ ਸੀ, ਉਹਦਾ ਨਾਂ ਲੈਂਦੀ ਸੀ। ਔਰ ਮੈਂਟਲੀ ਡਿਸਟਰਬ, ਪਿੰਡ 'ਚ ਫਿਰ ਰਹੀ ਆ, ਘਰ ਲੈ ਆਂਦਾ ਨਹੀਂ ਲੈ। ਉਹਨਾਂ ਦੀ ਜਦੋਂ ਫਿਰ ਡੈਥ ਹੋਈ ਕੁਝ ਵਰ੍ਹਿਆਂ ਬਾਅਦ, ਫਿਰ 47 ਵਾਪਰਿਆ ਉਸੇ ਪਿੰਡ 'ਚ। ਉਹਦੇ ਬੱਚੇ ਚਾਹੁੰਦੇ ਸੀ ਇਹਨੂੰ ਦਫਨਾਇਆ ਜਾਵੇ, ਪਿੰਡ ਨੇ ਨਹੀਂ ਦਫਨਾਉਣ ਦਿੱਤਾ। ਇਹ ਭੁੱਕਣਾ ਆ, ਮਸੀਂ ਤਾਂ ਕੱਢੇ ਆ ਵੱਢ ਵੱਢ ਕੇ। ਉਹ ਨਾਨੀ ਦਾ ਪਾਗਲਪਨ ਵੀ ਮੈਂ ਹੰਢਾਇਆ, ਮੈਂ ਪਾਗਲ ਹੋ ਕੇ ਦੇਖਿਆ। ਮੇਰਾ ਨਾਵਲ ਪਰਮੇਸ਼ਵਰੀ ਸੀ। ਮੈਂ ਜਿੰਨੀ ਦੇਰ ਉਹ ਨਾਵਲ ਪੂਰਾ ਨਹੀਂ ਹੋਇਆ, ਮੇਰਾ 101 ਤੋਂ ਬੁਖਾਰ ਥੱਲੇ ਨਹੀਂ ਉਤਰਿਆ, ਮੈਨੂੰ ਬੁਖਾਰ ਹੀ ਚੜਿਆ ਰਿਹਾ। ਇਹ ਸਾਡੇ ਵਰਗਿਆਂ ਨੂੰ ਇਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਮੈਂ ਤੁਹਾਨੂੰ ਟਾਲਸਟਾਏ ਹੋਰਾਂ ਦੀ ਦੱਸਦਾ। ਲਿਓ ਸਾਹਿਬ ਲੇਖਕ ਨਾ ਜੋ ਹੁੰਦਾ ਵਾਪਰਦਾ ਹੈ। ਲਿਓ ਸਾਹਿਬ ਅੰਨਾ ਕਰਾਨੀ ਨਾ ਡਾਕਟਰ ਸਾਹਿਬ ਲਿਖ ਰਹੇ, ਉਹਨਾਂ ਦੀ ਆਟੋਬਾਇਓਗ੍ਰਾਫ। ਉਹ ਕਿਤੇ ਜਾਂਦੇ ਨੇ ਕਿਸੇ ਮਾਲ 'ਚ ਜਾਂ ਕਿਸੇ ਥਾਂ ਦੇ ਉੱਤੇ, ਤਾਂ ਉੱਤੋਂ ਮੇਅਰ ਉਤਰ ਰਹੀ ਹੈ ਤੇ ਉਹ ਪੌੜੀ ਤੇ ਚੜ੍ਹ ਰਿਹਾ, ਤੇ ਉਹ ਰੇਲਿੰਗ ਹੈ, ਉਹ ਰੇਲਿੰਗ ਤੇ ਇੰਨਾ ਕੁ ਝੁਕੇ ਉਹਨੂੰ ਲੰਘਾਉਣ ਲਈ ਕਿ ਉਹ ਡਿੱਗ ਪਏ ਤੇ ਬਾਂਹ ਟੁੱਟ ਗਈ। ਲਿਓ ਤਾਂ ਰੱਬ ਸੀ ਨਾ ਲੋਕਾਂ ਵਾਸਤੇ, ਟਾਲਸਟਾਏ। ਤੇ ਉਹ ਮੇਅਰ ਉਹਨਾਂ ਦੀ ਖਬਰ ਲੈਣ ਗਈ ਤੇ ਉਹਨਾਂ ਨੂੰ ਕਹਿੰਦੀ, ਲਿਓ ਚੱਕਰ ਕੀ ਸੀ ਕਿ ਤੁਸੀਂ ਇੰਨਾ ਕੁ, ਮੈਂ ਸੌਖੇ ਉਤਰ ਜਾਣਾ ਸੀ, ਤੁਸੀਂ ਇੰਨਾ ਕਿਉਂ ਚੁੱਕ ਗਏ ਕਿ ਤੁਸੀਂ ਡਿੱਗ ਪਏ? ਕਹਿੰਦੇ ਨਹੀਂ, ਮੇਰੇ ਨਾਲ ਅੰਨਾ ਵੀ ਸੀ। ਹਾਏ ਹਾਏ। ਮੈਂ ਤਾਂ ਕਈ ਵਾਰੀ ਮੇਰੇ ਘਰ ਦੀ ਮੇਰੀ ਪੁੱਛਦੀ ਹੈ, ਤੂੰ ਠੀਕ ਹੈ? ਮੈਂ ਕਿਹਾ ਮੈਨੂੰ ਕੁਛ ਨਹੀਂ ਹੈ, ਕਿਉਂਕਿ ਉਹ ਪਾਤਰ ਮੇਰੇ ਅੰਦਰ ਵੜਿਆ ਹੁੰਦਾ। ਔਰ ਉਹਨੂੰ ਅੰਮ੍ਰਿਤਾ ਹੋਰਾਂ ਨੇ ਇੱਕ ਵਾਰੀ ਕਿਹਾ ਸੀ, ਡਾਕਟਰ ਸਾਹਿਬ ਤੁਸੀਂ ਤਾਂ ਉਹਨਾਂ ਦਾ ਬਹੁਤ ਸੰਗ ਮਾਣਿਆ। ਮੈਂ ਵੀ 1-2 ਵਾਰ ਉਹਨਾਂ ਨੂੰ ਮਿਲਿਆ, ਮੈਨੂੰ ਉਹਨਾਂ ਨੇ ਕਹਾਣੀਆਂ ਮੇਰੀ 'ਚ। ਉਹ ਕਹਿੰਦੇ ਸੀ ਤੁਸੀਂ ਵੀ ਹਟਾਉਂਦੇ ਹੋ ਸਾਰੇ ਰਾਈਟਰ, ਪੋਸ਼ ਲਾ ਕੇ ਤੇ ਲੂਣ ਦੀ ਖਾਣ ਵਿੱਚ ਦੀ ਲੰਘਦਾ ਜਦੋਂ ਇੱਕ ਰਚਨਾ ਹੁੰਦੀ ਹੈ। ਸਰਮਦ ਪੁੱਛ ਸਰਮਦ ਜਾਂ ਤਬਰੇਜ਼ ਕੋਲੋਂ ਕਿਦਾ ਜਲਵਾ ਯਾਰ ਦਾ ਦੇਖੀਦਾ, ਕਿਤੇ ਪੋਸ਼ ਲਹਾਉਣੇ ਚਾਹੀਦੇ ਨੇ, ਕਿਤੇ ਸਿਰ ਕਟਵਾਏ ਜਾਂਦੇ ਨੇ। ਹਜ਼ਮਤ ਇਸ ਇਸ਼ਕ ਦੇ ਵਿਹੜੇ ਵਿੱਚ ਕੋਈ ਫਰਕ ਨਹੀਂ ਉੱਚਿਆਂ ਨੀਵਿਆਂ ਦਾ, ਨੱਚ ਨੱਚ ਕੇ ਸੈਯਦ ਯਾਦਿਆਂ ਨੂੰ ਰੁੱਸੇ ਯਾਰ ਮਨਾਉਣੇ ਪੈਂਦੇ। ਉਹ ਸਰਮਦ ਆ ਜਾਂਦਾ ਕਈ ਵਾਰੀ ਮੇਰੇ ਕੋਲ, ਕਈ ਵਾਰੀ ਕੋਈ ਆ ਜਾਂਦਾ ਤੇ ਮੈਨੂੰ ਉਹ ਕਹੀ ਜਾਂਦੇ ਆ, ਤੂੰ ਪੜ੍ਹਿਆ ਕਰ, ਲਿਖਿਆ ਨਾ ਕਰ। ਮੈਨੂੰ ਰੋਕ ਦੇ, ਕਹਿੰਦੇ ਕੀ ਲਿਖੀ ਜਾਣਾ, ਬਕਵਾਸ ਕਰ। ਜਦੋਂ ਪਾਤਰ ਤੁਸੀਂ ਘੜ ਲਏ ਤੇ ਤੁਸੀਂ ਲਿਖਣਾ ਸ਼ੁਰੂ ਕਰਦੇ ਹੋ, ਐਨੀ ਆਫ ਅਸ, ਕੀ ਜਿਹੜਾ ਪਾਤਰ ਦਾ ਦੁੱਖ ਹੁੰਦਾ ਹੈ ਉਹ ਤੁਹਾਡਾ ਕਥਾਰਸਿਸ ਬਣਦਾ? ਮੈਂ ਆਪਣੀ ਵੈਰੀ ਪਰਸਨਲ, ਉਹ ਹੋਰ ਜ਼ਖਮੀ ਕਰਦਾ। ਸਵਾਲ ਹੈ, ਹਾਂ ਬਹੁਤ ਮੁਸ਼ਕਲ ਹੈ, ਬਟ ਉਹ ਹੋਰ ਜ਼ਖਮੀ ਕਰ ਦਿੰਦਾ ਮੇਰੇ। ਤਾਂ ਮੈਂ ਤੁਹਾਨੂੰ ਮਜ਼ੇ ਦੀ ਗੱਲ ਸੁਣਾ, ਮੈਂ ਤਾਂ ਪਾਤਰ ਦਾ ਨਾਮ ਵੀ ਬਦਲ ਨਹੀਂ ਸਕਦਾ। ਉਹ ਗੱਲ ਠੀਕ ਹੈ, ਮੇਰਾ ਮੈਂ ਉੱਥੇ ਆ ਰਿਹਾ, ਮੈਂ ਉਹਦਾ ਨਾਮ ਵੀ ਨਹੀਂ ਬਦਲ ਸਕਦਾ। ਮੈਂ ਕੀ ਕਰਦਾ, ਉਹਦਾ ਨਾਮ ਲਿਖ ਲੈਣਾ ਤੇ ਬਾਅਦ ਦੇ ਵਿੱਚ ਉਹਦੇ ਨਾਮ ਵਰਗਾ, ਮੰਨ ਲਓ ਅਰੁਣ ਹੈ ਤਾਂ ਉਹਦਾ ਨਾਮ ਮੈਂ ਵਰੁਣ ਕਰ ਦਿੰਦਾ, ਬਸ ਮਾੜੀ ਜਿਹੀ ਰਿਦਮ ਜੀ, ਤਾਂ ਕਿ ਅਰੁਣ ਮੈਂ ਲਿਖਾਂਗਾ ਤਾਂ। ਇੱਕ ਵਾਰੀ ਮੈਂ ਇੱਕ ਨਾਵਲ ਲਿਖਿਆ ਅੰਤਹੀਨ, ਉਹਦੇ ਵਿੱਚ ਮੈਂ ਸਾਰੇ ਪਾਤਰ ਦੇ ਨਾਂ ਛੋਟੇ ਛੋਟੇ ਚੇਂਜ ਕਰਤੇ। ਇੱਕ ਸਾਡਾ ਦੋਸਤ ਹੈ ਕੇਸਰ, ਉਹਦਾ ਨਾਂ ਕੇਸਰ ਲਿਖਿਆ ਸੀ ਤੇ ਉਹ ਰਹਿ ਗਿਆ। ਉਹ ਕੇਸਰ ਖੁਸਰਿਆਂ ਪਿੱਛੇ ਤਾੜੀਆਂ ਮਾਰਦਾ ਫਿਰਦਾ ਹੈ। ਉਹ ਸਾਡੇ ਦੋਸਤ ਨੇ ਉਹਦੀ ਘਰ ਵਾਲੀ ਨੂੰ ਜਾ ਕੇ ਪੜ੍ਹਾਤਾ ਤੇ ਕੇਸਰ ਬਾਰੇ ਕੀ ਲਿਖਿਆ, ਮੇਰੇ ਜੁੱਤੀਆਂ ਪਈਆਂ। ਉਹ ਮੇਰਾ ਕਥਾਰਸਿਸ ਨਹੀਂ ਸਰ ਬਣਦਾ, ਸਗੋਂ ਮੈਨੂੰ ਪੱਛ ਲਾ ਜਾਂਦਾ, ਹੋਰ ਪੱਛ ਲਾ ਜਾਂਦਾ। ਕਿਸੇ ਵੀ ਕਰੈਕਟਰ ਦਾ ਜ਼ਖਮ ਮੇਰੇ ਅੰਦਰੋਂ ਗਿਆ ਹੀ ਨਹੀਂ। ਕਈ ਵਾਰੀ ਅਸੀਂ ਲਿਖ ਕੇ ਰਿਲੈਕਸ, ਜਿੱਦਾਂ ਤੁਸੀਂ ਕਿਹਾ, ਕੋਈ ਮੈਂ ਕਿਹਾ ਜਦੋਂ ਲਿਖ ਲੈਂਦੇ ਹੋ ਨੋ, ਉਸ ਤੋਂ ਬਾਅਦ ਹੋਰ ਦੁਖੀ ਹੋਈਦਾ, ਮੈਂ ਤਾਂ ਹੋਰ ਤੰਗ ਹੁੰਦਾ।
ਕਿਵੇਂ ਮੇਰੇ 8 ਨਾਵਲ ਹੋ ਗਏ ਸਰ। ਪਰ ਸੁੱਖ ਦਾ ਸਾਹ ਨਹੀਂ ਆਉਂਦਾ। ਨਹੀਂ ਆਉਂਦਾ ਜੀ, ਹੋਰ ਦੁਖੀ ਹੋ ਜਾਂਦਾ ਮੈਂ ਕਰ ਲਿਆ। ਹਾਂ, ਮੈਨੂੰ ਲੱਗਦਾ ਵੀ ਉਹ ਠੀਕ ਹੋ ਜਾਂਦਾ ਬੰਦਾ। ਨਹੀਂ ਮੈਂ ਡਿਸਟਰਬ ਹੋ ਜਾਂਦਾ। ਇਹ ਇੱਕ ਤਰ੍ਹਾਂ ਨਾਲ ਜਿਵੇਂ ਪਤਾ ਨਹੀਂ। oven, ਜੇ ਤੁਸੀਂ ਸੌਖਾ ਕਹਿਣਾ ਦਿਸ ਇਜ਼ ਹੋਵੇ ਮਾਈ ਤੇ ਐਕਸਪੀਰੀਅੰਸ। ਤੁਸੀਂ ਆਟਾ ਖਮੀਰ ਬਣਦਾ ਹੈ ਓਵਨ ਦੇ ਵਿੱਚ ਆਪਣਾ ਪੈਂਦਾ ਹੈ। ਚਲੋ ਆਪਣੀ ਵੇਲੇ ਗੱਲ ਕਰੋ, ਉਸ ਤੋਂ ਬਾਅਦ ਆਪਣੇ ਉਹਨਾਂ ਨੂੰ ਗੱਲ ਕਰੋ। ਮਤਲਬ ਉਸ ਤਰ੍ਹਾਂ ਨਾਲ ਮੈਂ ਕੋਈ ਕਿਉਂਕਿ ਗੱਲ- ਮੈਂ ਤੁਹਾਡੇ ਬਾਰੇ ਜਦੋਂ ਅਸੀਂ ਕਈ ਵਾਰੀ ਗੱਲਬਾਤ ਕਰਦੇ ਹੁੰਦੇ ਤਾਂ ਮੈਨੂੰ ਕਾਲੀ ਜੀ ਕਹਿੰਦੇ ਹੁੰਦੇ ਕਿ ਉਹ ਪਾਤਰ, ਉਹ ਸਾਰਾ ਨਾਵਲ, ਉਹ ਸਾਰੀ ਕਹਾਣੀ ਮੇਰੇ ਅੰਦਰ ਖਲਬਲੀ ਮਚਾ ਰਹੀ ਆ। ਤੇ ਉਹ ਖਲਬਲੀ ਜਿਹੜੀ ਆ ਉਹ ਬੰਦੇ ਨੂੰ, ਮੈਂ ਇਹ ਵੇਖਣਾ ਚਾਹੁੰਦੀ ਹਾਂ ਕਿ ਹਾਂ ਉਹ ਸਾਡੇ ਸਾਰਿਆਂ ਨਾਲ ਵੀ ਹੁੰਦਾ ਆ। ਅੱਛਾ, ਉਹ ਯੂਨੀਕ ਐਕਸਪੀਰੀਅੰਸ ਹੁੰਦਾ, ਹਰ ਰਾਈਟਰ ਦਾ ਆਪਣਾ ਐਕਸਪੀਰੀਅੰਸ ਹੁੰਦਾ ਹੈ। ਮੈਨੂੰ ਨਹੀਂ, ਉਹ ਮੈਨੂੰ ਸਗੋਂ ਨਾ, ਮੈਂ ਤਾਂ ਤੁਹਾਨੂੰ ਕਿਹਾ ਕਿ ਉਹ ਕੁੜੀ ਹੁੰਦਾ ਮੇਰੇ ਵਾਸਤੇ ਹੀ ਕੋਈ ਨਹੀਂ। ਉਹਦਾ ਦੁੱਖ ਖਰਿਆ ਹੋਵੇ ਕਿ ਨਾ ਹੋਵੇ, ਉਹਦੀ ਮਾਂ ਖਰੇ ਉਦਾਂ ਹੀ ਵਿਆਹ ਗਈ ਹੋਵੇ, ਮੈਂ ਉਹ ਮਾਰ ਵੀ ਦਿੱਤੀ, ਮੈਂ ਬਿਮਾਰ ਵੀ ਕਰਤੀ, ਉਹਦਾ ਪਿਓ ਵੀ ਮਾਰਤਾ, ਮੈਂ ਉਹ ਇਕੱਲੀ ਕਰ ਲਈ ਕੁੜੀ, ਉਹਦੇ ਨਾਲ ਰੇਪ ਵੀ ਕਰਵਾ, ਉਹਨੂੰ ਪਤਾ ਹੀ ਨਹੀਂ ਕੀ ਕਰਵਾਤਾ ਮੈਂ, ਕਿਉਂਕਿ ਸੁਸਾਇਟੀ 'ਚ ਮੇਰੀ 'ਚ ਹੋ ਰਿਹਾ, ਸੁਸਾਇਟੀ 'ਚ ਮੇਰੀ, ਮੈਂ ਉਹਦੇ ਸਾਰੇ ਹੀ ਦੁੱਖ ਆਪਣੇ ਉੱਤੇ ਹੀ ਸਹੇੜ ਲੈ। ਇੱਕ ਮੈਨੂੰ ਪ੍ਰੋਫੈਸਰ ਨੀਤੀ ਹੋਰਾਂ ਨੇ ਮੇਰੇ ਨਾਵਲ ਡਾਕਟਰ ਸਾਹਿਬ ਟਰਾਂਸਲੇਟ ਕੀਤਾ ਅੰਗਰੇਜ਼ੀ 'ਚ। ਮੈਂ ਇੱਕ ਗੱਲ ਕਰਕੇ ਬੰਦ ਕਰ ਦੇਣੇ, ਆਪਾਂ ਭੈਣ ਜੀ ਹੋਰਾਂ ਨੂੰ ਸੁਣਨਾ, ਮੈਂ ਤਾਂ ਥੋੜ੍ਹਾ ਜਿਹਾ ਮਾਹੌਲ ਜਿਹਾ ਬਣਾਉਣਾ ਚਾਹੁੰਦਾ ਸੀਗਾ ਮੈਂ ਪਤਾ। ਉਹ ਮੈਨੂੰ ਕਹਿੰਦੇ ਯਾਰ ਕਿ ਤੇ ਉਹ ਨੀਤੀ ਪ੍ਰੋਫੈਸਰ ਨੇ ਮੇਰਾ ਅੰਗਰੇਜ਼ੀ 'ਚ ਨਾਵਲ ਟਰਾਂਸਲੇਟ ਕੀਤਾ, ਓਰੀਐਂਟ ਬਲੈਕ ਸਵਾਨ ਨੇ ਛਾਪਿਆ, ਬੜਾ ਵੱਡੇ ਲੈਵਲ ਦੇ ਉੱਤੇ ਗਿਆ ਔਰ ਬੜਾ ਐਪਰੀਸ਼ੀਏਟ ਹੋਇਆ। ਖੈਰ ਉਹ ਮੈਨੂੰ ਕਹਿੰਦੇ ਤੇਰੇ ਮਰਦ ਪਾਤਰ ਜਿਹੜੇ ਨੇ ਉਹ ਪੈਸਿਵ ਨੇ ਤੇ ਔਰਤ ਪਾਤਰ ਜਿਹੜੇ ਨੇ ਉਹ ਐਕਟਿਵ ਨੇ। ਡੋਮੀਨੇਟ ਕੋਈ ਵੀ ਕਰ ਸਕਦਾ, ਐਕਟਿਵ ਨੇ। ਮੈਨੂੰ ਨਹੀਂ ਸੀ ਉਦੋਂ ਤੱਕ ਪਤਾ। ਮੈਂ ਤਾਂ ਜਿਵੇਂ ਪਾਤਰ, ਉਹਨੇ ਨਾ ਸਰ ਬਹੁਤ ਵਧੀਆ ਗੱਲ ਕੀਤੀ ਸੀ ਆਪਣੀ ਕੁੜੀ ਨੇ, ਦੀਪਤੀ ਨੇ ਕੱਲ, ਕਿ ਉਹ ਤੁਸੀਂ ਪਾਤਰ ਦੇ ਸ਼ਿਕੰਜੇ 'ਚ ਫਸ ਜਾਂਦੇ ਹੋ। ਜਦੋਂ ਲੇਖਕ ਪਾਤਰ ਨੂੰ ਘੜਨ ਲੱਗ ਪੈਂਦਾ ਉਹ ਫਸ ਜਾਂਦਾ, ਫਿਰ ਉਹ ਨਹੀਂ ਜਾਲੀ ਹੁੰਦਾ। ਜਦੋਂ ਤੁਸੀਂ ਪਾਤਰ ਦੇ ਸ਼ਿਕੰਜੇ 'ਚ ਫਸਦੇ ਆ ਨਾ, ਮੈਂ ਸ਼ਿਕੰਜੇ 'ਚ ਫਸ ਜਾਂਦਾ ਪਾਤਰ ਦੇ। ਮੈਨੂੰ ਉਹ ਬੜਾ ਚੰਗਾ ਲੱਗਾ ਉਹਦਾ ਨੁਕਤਾ, ਕਿ ਹਾਂ ਯਾਰ ਜੇ ਤੁਸੀਂ ਪਾਤਰ ਦੇ ਨਹੀਂ ਹੋਏ ਤਾਂ ਤੁਸੀਂ ਫੇਰ ਨਹੀਂ ਹੋਏ। ਮੈਂ ਕਿਹਾ ਯਾਰ ਮੈਂ ਫਿਰ ਦੁਬਾਰਾ ਆਪਣੇ ਆਪ ਨੂੰ ਰੀਥਿੰਕ ਕੀਤਾ ਤੇ ਉਹਨਾਂ ਨੇ ਮੈਨੂੰ ਸਵਾਲ ਕੀਤਾ ਸੀ, ਮੈਂ ਕਿਹਾ ਮੈਂ ਸੋਚ ਕੇ ਜਵਾਬ ਦਊਂਗਾ, ਐਂ ਨਹੀਂ ਦੇਗਾ। ਮੈਂ ਦੇਖਿਆ ਕਿ ਤਬਲਾ ਹੈ ਸਾਡੇ ਕੋਲ ਉਦਾਹਰਣ ਲਈ, ਉਹ ਇੱਧਰ ਧਾਮਾ ਹੈ ਤੇ ਇੱਧਰ ਡੁੱਗੀ ਹੈ, ਇਹ ਮਰਦ ਹੈ, ਇਹ ਔਰਤ ਹੈ। ਔਰ ਅਰਧਨਾਰੀਸ਼ਵਰ ਜਿਹੜਾ ਕਨਸੈਪਟ ਹੈ ਸਾਡਾ ਲੈਫਟ ਹੈਂਡ ਔਰਤ ਹੈ, ਰਾਈਟ ਹੈਂਡ ਮਰਦ ਹੈ, ਔਰ ਉਹ ਧਾਮਾ ਔਰਤ ਮਰਦ ਦੀ ਕੰਪਲੀਟ ਕਰਦਾ ਹੈ। ਇੱਧਰ ਡੁੱਗੀ ਹੈ ਤੇ ਇੱਧਰ ਮਰਦ ਹੈ, ਇੱਧਰ ਮਰਦ ਹੈ ਤੇ ਇੱਧਰ ਔਰਤ ਹੈ। ਮੈਂ ਕਿਹਾ ਧਾਮੇ ਨੂੰ ਸੁਰਚ ਕਰਨਾ ਨਾ, ਉਹਨੂੰ ਮਾੜਾ ਜਿਹਾ ਉਹ ਐਂ ਕਰਦੇ ਟਿਕ, ਉਹ ਸੁਰਚ ਲੈ ਵੀ ਡੁੱਗੀ ਨਹੀਂ ਸੁਰਚ ਹੁੰਦੀ, ਉਹ ਨਹੀਂ ਸੁਰਚ, ਮਾੜਾ ਬੰਦਾ ਕਰ ਹੀ ਨਹੀਂ ਸਕਦਾ। ਉਹ ਮਾੜਾ ਬੰਦਾ ਤਾਂ ਉੱਕਾ ਹੀ ਨਹੀਂ ਕਰ ਸਕਦਾ, ਥੋੜੀਆਂ ਮਾਰਨੀਆਂ ਪੈਂਦੀਆਂ, ਮਾੜਾ ਬੰਦਾ ਕਰ ਹੀ ਨਹੀਂ ਸਕਦਾ। ਸਮਾਜ ਵਿੱਚ ਚੱਲ ਰਿਹਾ। ਔਰ ਮੈਂ ਕਿਹਾ ਦੈਟਸ ਵਾਈ ਮੈਂ ਬਬੂਤਾ ਹੋਰਾਂ ਦੀ ਤੁਹਾਡੀ ਗੱਲ ਕਰ ਰਿਹਾ ਸੀਗਾ ਕਿ ਜਦੋਂ ਰਾਈਟਰ ਪਾਤਰ ਦੇ ਸ਼ਿਕੰਜੇ 'ਚ ਫਸਦਾ ਆ, ਉਹ ਗ੍ਰੇਟ ਰਚਨਾ ਹੁੰਦੀ ਹੈ। ਜਦੋਂ ਪਾਤਰ ਰਾਈਟਰ ਦੇ ਸ਼ਿਕੰਜੇ 'ਚ ਆ ਜਾਂਦਾ ਹੈ ਫੇਰ ਨਹੀਂ। ਤੁਸੀਂ ਘੜਦੇ ਆ, ਤੁਸੀਂ ਕਾਹਨੂੰ ਘੜਦੇ ਆ? ਮੈਂ ਤਾਂ ਸਰ ਨਾਂ ਵੀ ਬਰਦਾਸ਼ਤ ਨਹੀਂ ਹੁੰਦਾ ਮੇਰੇ ਕੋਲ, ਮੈਂ ਤਾਂ ਨਾਂ ਬਦਲ ਦੇਵਾਂ, ਮੈਨੂੰ ਲੱਗਦਾ ਨਹੀਂ ਯਾਰ ਇਹ ਤਾਂ ਬਹੁਤ ਸਿਆਪਾ ਪੈ ਗਿਆ, ਇਹ ਤਾਂ ਹਿੱਲ ਗਈ ਰਚਨਾ। ਉਹ ਫਿਰ ਮੈਂ ਦੇਖਿਆ ਕਿ ਇਹ ਜਦੋਂ ਤੁਸੀਂ ਪਾਤਰ ਦੇ ਸ਼ਿਕੰਜੇ 'ਚ ਆਉਂਦੇ ਆ, ਉਹ ਫਿਰ ਡੁੱਗੀ ਬਣਦੀ ਆ ਬੀਬੀ, ਤੇ ਉਹ ਧਾਮਾ ਜਿਹਾ ਆ, ਉਹ ਥੋੜਾ ਐਵੇਂ ਸੁਰਚ ਹੀ ਆ ਜਾਂਦਾ, ਜਮਾਂ ਹੀ ਐਂ ਮਾੜਾ ਜਿਹਾ ਮਾਰਿਆ ਚੱਲ ਸੁਰਚ ਆ ਗਿਆ। ਔਰ ਉਹ ਪੈਸਿਵ ਹੁੰਦਾ, ਇਹ ਖੜਕਦੀ ਹੈ, ਐਕਟਿਵ। ਜ਼ਿੰਦਗੀ ਵੀ ਆਈ ਹੈ, ਸਾਡਾ ਵੀ ਲੈਫਟ ਐਂਡ ਰਾਈਟ ਜਦੋਂ ਅਸੀਂ ਦੇਖਦੇ ਹਾਂ, ਇਟਸ ਨੈਚੁਰਲ। ਮੇਰਾ ਛੋਟਾ ਜਿਹਾ ਮੇਰੇ ਆਇਆ ਦਿਮਾਗ ਦੇ ਵਿੱਚ ਵੀ, ਜਿਹੜਾ ਹੈਗਾ ਵਾ ਪਾਤਰ ਕਥਾਨਕ ਸਿਰਜਦਾ ਕਿ ਕਥਾ ਜਿਹੜੀ ਹੈਗੀ ਆ ਉਹ ਪਾਤਰ ਨੂੰ ਲੈ ਕੇ ਤੁਰਦੀ ਆ। ਪਾਤਰ ਹੀ ਕਰਦਾ ਹੈ ਜੋ ਉਹ ਕਰਦਾ। ਕਥਾ ਪਹਿਲਾਂ ਹੁੰਦੀ ਹੈ No. ਕਿ ਪਾਤਰ? ਨਹੀਂ ਪਤਾ ਨਹੀਂ ਪਹਿਲਾਂ ਕਥਾ ਹੁੰਦੀ ਹੋਈ ਨਹੀਂ,
ਕਥਾ ਮੈਨੂੰ ਲੱਗਦਾ ਕਥਾ ਸ਼ਬਦ ਹੀ ਬਹੁਤ ਗਲਤ ਹੈ। ਵਸਤੂ ਮੈਂ ਇਹ ਨਾ ਜਿਹੜੇ ਲੋਚਕ ਜਿਹੇ ਆ ਨਾ, ਜਿਹੜੇ ਜਿਵੇਂ ਗੁੜ ਕੇ ਗੱਲ ਕਰਨੀ ਹੈ, ਜੇ ਸਰ ਨੂੰ ਕੱਲ ਕਿਹਾ ਤੁਸੀਂ ਬੋਲੋ ਜੀ, ਅਸੀਂ ਕੋਈ ਸਬਜੈਕਟ ਨਹੀਂ ਦੇਣਾ, ਤਾਂ ਉਹ ਚਾਨਣ ਤੋਂ ਗੱਲ ਸ਼ੁਰੂ ਹੋਈ। ਹਾਂ, ਜਦੋਂ ਤੁਸੀਂ ਉਹਨੂੰ ਡੱਬੀ ਬੰਦ ਕਰ ਦੇਣਾ, ਦੈਟਸ ਵਾਈ ਕਿ ਮੇਰੇ ਨਾਵਲ ਦੀ, ਮੇਰੀ ਕਹਾਣੀ ਦੀ ਕੋਈ ਫਾਰਮ ਨਹੀਂ ਹੈ। ਜਦੋਂ ਵਿੱਚ ਤੁਸੀਂ ਨੈਰੇਟਿਵ ਘੜ ਹੀ ਲਿਆ ਜੀ ਸਰ, ਤੇ ਫਿਰ ਤਾਂ ਪਾਤਰ ਘੜਿਆ ਗਿਆ, ਪਹਿਲੇ ਕਰ ਉਹ ਤਾਂ ਹੋ ਗਿਆ ਫਿਰ ਕੰਮ, ਉਹ ਤਾਂ ਕੰਮ ਹੋ ਗਿਆ। ਤਾਂ ਗੱਲ ਹੋ ਗਈ। ਉਹ ਪਾਤਰ ਮੈਂ ਨਾਵਲ ਸ਼ਾਂਤੀ ਪਰਵ ਦੀ ਗੱਲ ਕਰਦਾ, ਮੇਰਾ ਨਾਵਲ ਉੱਪਰ ਪੈਰਲਲ ਚੱਲ ਰਿਹਾ ਸੀ, ਉਹ ਮੈਂ ਹਾਈਪਰ ਲਿੰਕ ਟੈਕਨੀਕ 'ਚ ਲਿਖਿਆ, ਉੱਪਰ ਚੱਲ ਰਹੀ ਜੀਵਨ ਸਾਰਾ ਜਿਵੇਂ ਨਾਵਲ ਚੱਲਦਾ ਹੈ, ਉੱਥੇ ਇੱਕ ਜਗ੍ਹਾ ਮੈਂ ਲਿਖ ਦਿੰਦਾ ਵੀ ਜੇ ਤੁਸੀਂ ਇਸ ਪਾਤਰ ਦੀ ਸਾਈਕੋਲੋਜੀ ਦੇ, ਸੋਸ਼ੋ ਸਾਈਕੋਲੋਜੀ ਦੇ, ਕਲਚਰਲ ਸਾਈਕੋਲੋਜੀ ਦੇ ਜੜ੍ਹਾਂ ਢੂਲਣੀਆਂ ਚਾਹੁੰਦੇ ਹੋ ਤਾਂ ਥੱਲੇ ਭਾਗਮਲ ਪਾਗਲ ਦੀ ਬੁੜ ਦੇਖੋ। ਉਹ ਭਾਗਮਲ ਪਾਗਲ ਵਾਸ ਏ ਦਲਿਤ ਲੀਡਰ, ਹੀ ਵਾਸ ਦਾ ਜਨਰਲ ਸੈਕਟਰੀ ਆਫ ਸ਼ੈਡਿਊਲਡ ਕਾਸਟ ਫੈਡਰੇਸ਼ਨ, ਕਮੈਂਟੇਟਰ ਹੈ, ਯੈਸ ਕਮੈਂਟੇਟਰ ਹੈ। ਪੜ੍ਹਿਆ ਨਾ ਉਹ ਬੁੜ ਕਰਦਾ, ਆਪਣੇ ਆਪ ਨਾਲ ਗੱਲਾਂ ਕਰਦਾ ਹੈ। ਇੱਕ ਤਾਂ ਉਹ ਹਾਸ਼ੀਆ ਗਲਤ ਹੋ ਗਿਆ, ਥੱਲੇ ਚਲਿਆ ਗਿਆ। ਇੱਕ ਉਹਦੇ ਕੋਲ ਸੰਵਾਦ ਕੋਈ ਨਹੀਂ ਹੈ, ਬੁੜਾ ਹੋ ਗਿਆ, ਉਹ ਇਕੱਲਾ ਹੀ ਗੱਲਾਂ ਕਰੀ ਜਾਂਦਾ। ਫਿਰ ਉੱਥੇ ਜਾਂਦਾ, ਉੱਪਰ ਜਾਂਦਾ ਹੈ ਤੇ ਉਹ ਕਹਿੰਦਾ ਕਿ ਆਹ ਸਟੇਟ ਟੈਰਰਿਜ਼ਮ ਹੈ, ਵੀ ਇਹ ਜ਼ੁਲਮ ਹੋ ਰਿਹਾ, ਅੱਤਵਾਦ ਦਾ ਦੌਰ ਹੈ। ਕਹਿੰਦੇ ਸਟੇਟ ਟੈਰਰਿਜ਼ਮ ਕੀ ਹੈ, ਸਟੇਟ ਟੈਰਰਿਜ਼ਮ ਕੀ ਹੈ, ਜੇ ਇਹਨੂੰ ਜਾਣਨਾ ਉੱਥੇ ਮੈਂ ਲਿੰਕ ਪਾਣਾ, ਥੱਲੇ ਜਾ ਕੇ ਕਾਮਰੇਡ ਦੀ ਬੁੜ ਸੁਣ, ਕਾਮਰੇਡ ਇਕੱਲਾ ਹੀ ਬੁੜ ਕਰੀ ਜਾਂਦਾ। ਡਾਕੂਮੈਂਟਰੀ ਦੇ ਪਿੱਛੇ ਵੌਇਸ ਓਵਰ ਹੁੰਦਾ ਨਾ, ਉਹ ਪਾਤਰ ਉਦਾਂ ਦਾ ਹੈ। ਯੈਸ ਮੈਂ ਪੜ੍ਹਿਆ ਸਾਰਾ ਮੈਂ। ਯੈਸ, ਉਹ ਫਿਰ ਬੁੜ ਕਰਦਾ ਹੈ ਤੇ ਵਟ ਇਜ਼ ਟੈਰਰਿਜ਼ਮ, ਵਟ ਇਜ਼ ਸਟੇਟ ਟੈਰਰਿਜ਼ਮ, ਉਹਦੇ ਤੇ ਉਹ ਬੋਲੀ ਜਾਂਦਾ ਹੈ। ਇਕੱਲਾ ਸੰਵਾਦ ਨਹੀਂ ਹੈ, ਬੁੜ ਕਰ ਰਿਹਾ, ਕਿਉਂਕਿ ਇਹਨਾਂ ਆਵਾਜ਼ਾਂ ਦਾ ਸੰਵਾਦ ਸਾਡੀ ਸੁਸਾਇਟੀ 'ਚ ਹਾਸ਼ੀਆਕ੍ਰਿਤ ਕਰਤਾ ਗਿਆ। ਫਿਰ ਉਹ ਕਹਿੰਦਾ ਵੀ ਜੇ ਆਹ ਹਿਸਟਰੀ ਨੂੰ ਸਮਝਣਾ, ਦਲਿਤ ਦੀ, ਕਾਮਰੇਡ ਦੀ, ਇਹਦੀ, ਤੇ ਥੱਲੇ ਜਾ ਕੇ ਰਿਟਾਇਰਡ ਪ੍ਰੋਫੈਸਰ ਜੌਲ, ਯਾਨੀ ਸਾਡਾ ਦਲਿਤ ਇੰਟੈਲੈਕਚੁਅਲ, ਸਾਡਾ ਲੈਫਟ ਇੰਟੈਲੈਕਚੁਅਲ, ਸਾਡਾ ਹਿਸਟੋਰੀਅਨ, ਅਸੀਂ ਉਸ ਦੌਰ 'ਚ ਹਾਂ ਜਿਹਨੂੰ ਮਾਰਜਨਲਾਈਜ਼ਡ ਕਰ ਦਿੱਤਾ ਗਿਆ, ਜਿਹਦਾ ਸੁਸਾਇਟੀ 'ਚ ਸੰਵਾਦ ਹੀ ਕੋਈ ਨਹੀਂ, ਔਰ ਉਹ ਬੁੜ ਕਰ ਰਿਹਾ ਹੈ। ਉਹ ਸਾਰੇ ਬਾਰੇ ਬੁੜ ਕਰ ਰਿਹਾ, ਉਹ ਆਪਣੇ ਆਪ ਨਾਲ ਗੱਲਾਂ ਕਰ ਰਿਹਾ, ਉਹਨੂੰ ਸੁਣਨ ਵਾਲਾ ਵੀ ਕੋਈ ਨਹੀਂ। ਉਹ ਆਪਣੇ ਆਪ ਹੀ, ਉਹ ਮੈਂ ਕੋਈ ਸੋਚ ਕੇ ਵਰਲਡ 'ਚ 18ਵੀਂ ਸਦੀ ਦੇ ਅਖੀਰ 'ਚ ਪ੍ਰੋਫੈਸਰ ਰਾਜਕੁਮਾਰ ਹੰਸ ਉਹਨਾਂ ਨੇ ਲੱਭਿਆ ਕਿ ਇਹੋ ਜਿਹੀ ਟੈਕਨੀਕ ਦਾ ਫ੍ਰੈਂਚ ਦੇ ਵਿੱਚ ਇਸਤੇਮਾਲ ਹੋਇਆ। ਅਦਰਵਾਈਜ਼ ਪੂਰੇ ਵਰਲਡ 'ਚ ਇਹੋ ਜਿਹੀ ਟੈਕਨੀਕ 'ਤੇ ਕਦੇ ਕੋਈ ਰਚਨਾ ਨਹੀਂ ਲਿਖੀ ਗਈ ਸੀ। ਉਹਨਾਂ ਨੇ ਉਹ ਕਿਤੇ ਨੋਟਿੰਗਮ ਟ੍ਰੈਂਟ ਯੂਨੀਵਰਸਿਟੀ ਪੇਪਰ ਪੜ੍ਹਨ ਗਏ ਸੀ ਇੰਟਰਨੈਸ਼ਨਲ ਕਿਸੇ ਸੈਮੀਨਾਰ 'ਚ, ਉਹਨਾਂ ਨੇ ਮੇਰੇ ਨਾਵਲ 'ਤੇ ਪੇਪਰ ਪੜ੍ਹਦੇ ਆ, ਉਹ ਪੇਪਰ 'ਚ ਉਹਨਾਂ ਨੇ ਲਿਖਿਆ। ਮੈਨੂੰ ਨਹੀਂ ਪਤਾ ਕੋਈ ਇਹ ਕੀ ਹੈ, ਉਹ ਵਿਦਵਾਨ ਲੋਕ ਨੇ ਉਹ ਦੱਸਦੇ ਨੇ, ਬਟ ਉਹ ਟੈਕਨੀਕ ਪਾਤਰਾਂ ਨੇ ਆਪੇ ਹੀ ਘੜ ਲਈ। ਮੈਂ ਕਿਹਾ ਯਾਰ ਆਹ ਜਿਹੜਾ ਭਾਗਵਾਨ ਪਾਗਲ ਇਹਨੂੰ ਪੁੱਛਦਾ ਹੀ ਕੋਈ ਨਹੀਂ, ਉਹ ਆਪੇ ਥੱਲੇ ਆ ਗਿਆ। ਮੈਂ ਕਿਹਾ ਯਾਰ ਕਾਮਰੇਡ ਨੂੰ ਵੀ ਨਹੀਂ ਪੁੱਛਦਾ ਕੋਈ, ਉਹ ਵੀ ਥੱਲੇ ਹੀ ਆ ਗਿਆ, ਇਹ ਤਾਂ ਮਾਰਜਨਲਾਈਜ਼ਡ ਹੋ ਗਿਆ। ਮੈਂ ਕਿਹਾ ਪੁੱਛਦਾ ਹਿਸਟੋਰੀਅਨ ਨੂੰ ਵੀ ਕੋਈ ਨਹੀਂ, ਉਹ ਵੀ ਇਕੱਲਾ ਹੀ ਬੜ ਕਰੀ ਜਾਂਦਾ। ਅਕੈਡਮਿਸ਼ਨ ਨੂੰ ਕੌਣ, ਲੇਖਕ ਨੂੰ ਕੌਣ ਪੁੱਛ ਰਿਹਾ? ਕੋਈ ਨਹੀਂ ਪੁੱਛ ਰਿਹਾ, ਉਹ ਸਾਰੇ ਆਪਣੇ ਆਪ 'ਚ ਥੱਲੇ ਆ ਗਏ। ਬਿਲਕੁਲ ਸਹੀ ਹੈ। ਇਹੋ ਹੀ ਮੈਂ ਗੱਲ ਮਤਲਬ ਆਪਾਂ ਸਾਰੇ ਵੀ ਇਹ ਗੱਲ ਮਹਿਸੂਸ ਕਰਦੇ ਹੈਗੇ ਹੈ ਨਾ, ਕਿ ਲੇਖਕ ਭਾਵੇਂ ਕਿੱਡਾ ਵੀ ਵੱਡੀਆ ਲਿਖੇ, ਕਿੰਨਾ ਵੀ ਉਮਦਾ ਹੋਵੇ, ਕਿੰਨੀ ਉਹਦੀ ਕਦਰ ਹੋਵੇ ਹੈ ਨਾ, ਪਰ ਉਹ ਜਿਹੜੀ ਆ ਰੋਟੀ ਹੈ ਉਹ ਆਪਣੀ ਲੇਖਣੀ ਦੇ ਸਿਰ ਤੇ ਨਹੀਂ ਮੈਂ ਤੁਹਾਨੂੰ ਕਹਿੰਦਾ ਜਿਹੜਾ ਹੈ ਨਾ, ਜਦੋਂ ਤੁਸੀਂ ਕਿਹਾ ਕਿ ਉਹ ਕੁੜੀ ਲੰਗੀ ਤੇ ਉਹ ਤਾਂ ਇੱਕ ਪਾਤਰ ਆ ਗਿਆ ਹੈ ਨਾ, ਪਰ ਕਦੇ ਇਹ ਵੀ ਹੁੰਦਾ ਹੈ ਕਿ ਜਦੋਂ ਤੁਸੀਂ ਖਲਾਅ 'ਚ ਹੁੰਦੇ ਹੋ ਕਈ ਵਾਰੀ ਹੈ ਨਾ, ਉੱਥੇ ਬਹੁਤ ਵਾਰ ਖਲਾਅ 'ਚ ਹੁੰਦਾ ਹੈ, ਅਤੇ ਜਦੋਂ ਖਲਾਅ 'ਚ ਹੁੰਦੇ ਹੋ, ਖਲਾਅ 'ਚ ਹੁੰਦਿਆਂ ਹੋਇਆਂ ਵੀ ਆਪਾਂ ਤਾਂ ਕੁਛ ਵੀ ਨਹੀਂ ਸੋਚ ਰਹੇ ਹੁੰਦੇ, ਤੁਸੀਂ ਲੱਗਦਾ ਹੈ ਕਿ ਪਤਾ ਨਹੀਂ ਕੀ ਹੋ ਜਾਏਗਾ। ਉਹ ਜਿਹੜੇ ਮੂਵਮੈਂਟਸ ਹੁੰਦੇ ਆ, ਮੈਨੂੰ ਲੱਗਦਾ ਹੈ ਕਿ ਉਹ ਕ੍ਰੀਏਟੀਵਿਟੀ ਦੇ ਸਭ ਤੋਂ ਰਿਚ ਮੂਵਮੈਂਟਸ ਹੁੰਦੇ ਹੈ ਨਾ। ਤੁਹਾਡੇ ਆਪਣੇ ਨਾਲ ਦੇਖੋ, ਰਾਈਟਰ ਹੈ ਨਾ, ਸੋਸਾਇਟੀ ਤਾਂ ਤੁਹਾਡੇ ਵਿੱਚ ਦੀ ਵਿਚਰੀ ਜਾਂਦੀ ਹੈ, ਤੁਸੀਂ ਪਾਤਰਾਂ ਦੀਆਂ ਬਿਮਾਰੀਆਂ ਵੀ ਸਹੇਲ ਲੈਂਦੇ ਆ, ਤੁਹਾਨੂੰ ਸ਼ੂਗਰ ਵੀ ਹੋ ਜਾਂਦੀ ਹੈ, ਤੁਸੀਂ ਸਾਰਾ ਹੱਸਦੇ ਵੀ ਆ, ਰੋਂਦੇ ਵੀ ਆ, ਕਰਲਾਉਂਦੇ ਵੀ ਆ, ਸਾਰਾ ਕੁਝ ਤੁਹਾਡੇ
ਹੱਡੀ ਹੰਡਾਉਂਦੇ ਆ ਮੈਂ ਚੱਲਦੇ ਦੇਖਾਂ ਆ ਜਦੋਂ ਸ਼ੂਨਰ ਜਿਸ ਸਥਿਤੀ ਅਵਸਥਾ ਦੀ ਤੁਸੀਂ ਜਦੋਂ ਗੱਲ ਤੁਸੀਂ ਕੀਤੀ ਸ਼ੂਨਰ ਹੈ, ਦੀ ਸਥਿਤੀ 'ਚ ਆਪ ਹੋ, ਉਸ ਵੇਲੇ ਦਾ ਮੈਂ ਉਹੀ ਕਿਹਾ ਕਿ ਉਹ ਜਿਹੜੀ ਅਵਸਥਾ ਹੈ ਨਾ ਜੀ, ਉਸ ਅਵਸਥਾ ਦੀ ਤਾਂ ਆਪਾਂ ਮੈਂ ਉਹ ਅਵਸਥਾ ਸਤਿਗੁਰ ਕਬੀਰ ਰਾਹੀਂ ਦੱਸਾਂ। ਕਿਥੋਂ ਨਹੀਂ ਇਰਸ਼ਾਦ ਐਨੀ ਹਾਏ ਹਾਏ ਹਾਏ, Any ਉਹ ਸਾਡੇ way. ਗੁਰੂ ਲੋਕ ਪਹਿਲਾਂ ਹੀ ਕਹਿ ਗਏ ਆ ਤੇ ਫਿਰ ਸਾਨੂੰ ਸ਼ਰਮ ਆਉਣ ਲੱਗ ਪੈਂਦੀ। ਮੈਨੂੰ ਤਾਂ ਮੈਂ ਕਿਹਾ ਤੂੰ ਕੀ ਬੋਲੀ ਜਾਂਦਾ ਬਾਂਦਰ ਜੇ। ਗੰਗ ਜਮਨ ਕੇ बीच ਮਾਂ ਸੁਨ ਸਮਾਧੀ ਘਾਟ, ਸੁਨ ਹੈ ਸਮਾਧੀ ਔਰ ਸਮਾਧੀ ਲੱਗੀ ਹੈ। ਗੰਗਾ ਤੇ ਜਮਨਾ ਦੇ ਵਿਚਾਲੇ ਜਾਏ ਕਿਤੇ ਕਰਕੇ, ਗੰਗ ਜਮਨ ਕੇ बीच ਮਾਂ ਸੁਨ ਸਮਾਧੀ ਘਾਟ, ਤਾਹਾ ਕਬੀਰ ਮੱਠ ਕੀਆ। ਕਬੀਰ ਉੱਥੇ ਮੱਠ ਬਣਾ ਕੇ ਬੈਠਾ ਹੈ। ਸੁਰ ਨਰ ਜਨ ਮਨ ਬਾਟ, ਜਿਹੜੇ ਸਾਰੀ ਉਹਦੀ ਰਾਹ ਦੇਖਣ ਡਏ ਆ, ਕਬੀਰ ਉੱਥੇ ਇਦਾਂ ਮੱਠ ਬਣਾ ਕੇ। ਮੈਂ ਹੰਡਾਈ ਹੈ ਉਹ ਅਵਸਥਾ। ਵੈਸੇ ਮੈਂ ਮੰਨਦਾ, ਮੈਂ ਬੜੇ ਸਾਧੂਆਂ ਦੀ ਸੇਵਾ ਬੜੀ ਖਤਰਨਾਕ ਅਵਸਥਾ ਹੈ ਆਏ ਉਹ ਮੌਤ ਦੀ ਹੈ। ਮਰੋ ਰੇ ਜੋਗੀ ਮਰੋ ਮਰੋ ਮਰਨ ਹੈ ਮੀਠਾ, ਤਿਸ ਮਰਨੀ ਮਰੋ ਜਿਸ ਮਰਨੀ ਗੋਰਸ਼ ਮਨ ਡੀਠਾ। ਜਿਤ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, और मरने ते ही पाइए पूर्ण परम आनंद। और लागी गांसी ज्ञान की पलटू मुआ तुरंत, पलटू मर सकता है। लागी गांसी ज्ञान की और पलटू मुआ तुरंत। और ज्ञान की है, मैं बस दो लफ्ज सतगुरां दे कह के बंद कर देना है, ज़्यादा नहीं बोलना चाहिए। ज्ञान की है, फल कारण फूली बनराई, उपजो फल तो फूल बिलाई। कृत कारण दद मथे सियाण, हाय 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 सतगुर रविदास। ਗਿਆਨ ਕਾਰਨ ਹੁਣ ਜਿਹੜੀ ਅਵਸਥਾ ਤੇ ਤੁਸੀਂ ਕਹਿੰਦੇ ਸੀ ਆ ਜਿਹੜਾ ਬਾਕੀ ਸਾਰਾ ਉਹ ਗਿਆਨ ਕਾਰਨ ਕਰਮ ਅਭਿਆਸ, ਭਇਓ ਗਿਆਨ ਤੋਂ ਕਰਮ ਹੈ ਨਾਸ। और पलटू ज्ञान ਨੂੰ ਕੀ ਕਹਿੰਦੇ ਕਿ उल्टा कुआं गगन का तिसमें जरै चिराग, तिसमें जरै चिराग बिन रोगन बिन बाती, छे रुत 12 मास रहे जरता दिन राती। और निकसे एक आवाज चिराग की ज्योति ही माही, ज्ञान समाधि सुने। हा 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 हा, ज्ञान समाधि सुने। ਦੋ ਅਵਸਥਾਵਾਂ ਨੇ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੰਤਾਂ ਦੀਆਂ। ਇਹ ਰਿਸਕ ਦੀ ਮਸਲਾ ਆ ਅਸਲ 'ਚ। ਤੁਸੀਂ ਦੂਜੇ ਪਾਸੇ ਨਾ ਜਾਇਜ਼ ਕਰ, ਇਹ ਮਸਲਾ ਬਹੁਤ ਵੱਡਾ ਰਿਸਕ ਦਾ ਹੈ। ਉਸ ਵੇਲੇ ਜਾਂ ਤੇ ਕੁਛ ਹੋਰ ਹੋ ਜਾਏਗਾ ਜਾਂ ਫਿਰ ਅੰਦਾ ਦੇਖੋ ਭਾਈ ਗਿਆਨ ਕੀ ਆਈ ਆਂਦੀ ਸਾਰੇ ਫਿਰ ਮਿਟ ਜਾਂਦੇ ਨੇ। ਮੈਂ ਉਹ ਦੋ ਦੀ ਗੱਲ ਕਰਦਾ ਕਿ ਉਹ ਅਵਸਥਾਵਾਂ ਦੋ ਨੇ। ਇੱਕ ਹੈ ਵਿਵੇਕ ਦੀ, ਜਿਹੜੀ ਤੁਸੀਂ ਗਿਆਨ ਕੀ ਆਂधी ਦੀ ਗੱਲ ਕਰ, ਉਹ ਵਿਵੇਕ ਹੈ, ਜਾਗਦੇ। फिर अवस्था है बैराग की। तू है तो दुनिया कितनी हंसी है, दिस इज विवेक। तू है तो दुनिया, जो तू नहीं तो कुछ भी। दसम पातशाही का शब्द साडे को सब तो प्यारा मित्र प्यारे नूं, यारड़े दा सानू सत्थर चंगा। तू है तो दुनिया कितनी हंसी है, सत्थर यारड़े, दिस इज विवेक। और भट्ठ खेड़ियां दा रहना, दिस इज बैराग। विवेक और बैराग च विवेकी बंदा ही जा सकता। और जिहड़ी बैराग दी अवस्था है मैं नहीं वो दसनी, शाम नूं दसो। थैंक यू वेरी मच। बहुत